ਸੋਚਦੇ ਹੋ ਹਲਵਾ ਹਰ ਕੋਈ ਬਣਾ ਲੈਂਦਾ ਹੈ? ਨਹੀਂ ਜੀ, ਅੱਜ ਦਾ ਹਲਵਾ ਦੇਖ ਕੇ ਤੁਹਾਡੀ ਸੋਚ ਹੀ ਬਦਲਣੇ ਵਾਲੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮੁ ਅਲੈਕੁਮ ਜੀ। ਆਇਆਂ ਨੂੰ ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ ਤੇ। ਜੀ ਅੱਜ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੀ ਕਿ ਕਿਸ ਤਰ੍ਹਾਂ ਤੁਸੀਂ ਸੂਜੀ ਦੇ ਦਾਣੇ ਨੂੰ ਦਾਣੇਦਾਰ ਰੱਖੋਗੇ, ਕਿੰਨਾ ਪਾਣੀ ਪਾਓਗੇ ਕਿ ਸੂਜੀ ਦਾ ਦਾਣਾ ਮੈਸ਼ ਨਾ ਹੋਵੇ, ਕਿੰਨਾ ਇਹਦੇ ਵਿੱਚ ਘੀ ਪਾਓਗੇ ਕਿ ਘੀ ਨਾ ਜ਼ਿਆਦਾ ਹੋਵੇ ਨਾ ਥੋੜਾ ਹੋ ਲੱਗੇ ਤੁਹਾਨੂੰ, ਔਰ ਕਿਸ ਤਰ੍ਹਾਂ ਤੁਸੀਂ ਇਹਨੂੰ ਰੈਸਪੀ ਨੂੰ ਹਲਵੇ ਦੀ ਨੂੰ ਵਧੀਆ ਤੋਂ ਵਧੀਆ ਬਣਾ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹਲਵਾ ਵੀ ਸਹੀ ਬਣੇ ਤਾਂ ਰੈਸਪੀ ਨੂੰ ਸਕਿਪ ਮਤ ਕਰਿਓ। ਸ਼ੁਰੂ ਕਰ ਲੈਂਦੇ ਹਾਂ ਅੱਜ ਦੇ ਸੂਜੀ ਦੇ ਦਾਣੇਦਾਰ ਹਲਵੇ ਦੀ ਰੈਸਪੀ। ਇੱਕ ਕੜਾਈ ਵਿੱਚ ਮੈਂ 1 ਪਿਆਲੀ ਆਇਲ ਪਾ ਲਿਆ। 1 ਪਿਆਲੀ ਆਇਲ ਉਹ ਵਾਲੀ ਪਿਆਲੀ ਲੈਣੀ ਆ ਜਿਹਦੇ ਨਾਲ ਤੁਸੀਂ ਸੂਜੀ ਨਾਪਣੀ ਆ, ਯਾਨੀ ਕਿ ਜਿੰਨੀ ਤੁਸੀਂ ਸੂਜੀ ਲੈਣੀ ਆ ਉਨਾ ਹੀ ਤੁਸੀਂ ਘੀ ਲੈਣਾ ਹੈ। ਘੀ ਦੇਸੀ ਲੈ ਲਓ, ਆਇਲ ਲੈ ਲਓ, ਤੇਲ ਲੈ ਲਓ, ਜੋ ਤੁਸੀਂ ਖਾਂਦੇ ਹੋ ਉਹ ਵਾਲਾ ਤੁਸੀਂ ਲੈ ਸਕਦੇ ਹੋ। ਮੈਂ ਵਿੱਚ 2 ਅਦਦ ਇਲਾਇਚੀਆਂ ਪਾਤੀਆਂ। ਇਹ ਉਹੀ ਵਾਲੀ ਪਿਆਲੀ ਜਿਹੜੀ ਮੈਂ ਘੀ ਪਾਇਆ ਸੀ ਨਾਪ ਕੇ, ਉਸੇ ਪਿਆਲੀ ਨਾਲ ਮੈਂ ਨਾਪ ਕੇ ਸੂਜੀ ਇਹਦੇ ਵਿੱਚ ਪਾਤੀ। 1 ਪਿਆਲੀ ਸੂਜੀ। ਅੱਛਾ, ਸੂਜੀ ਲੈਂਦੇ ਵਕਤ ਸਿਰਫ ਇੱਕ ਗੱਲ ਦਾ ਖਿਆਲ ਰੱਖਿਓ ਕਿ ਸੂਜੀ ਮੋਟੀ ਵਾਲੀ ਲੈਣੀ ਆ। ਬਹੁਤ ਬਰੀਕ ਜਿਹੜੀ ਸੂਜੀ ਲੈਂਦੇ ਹੋ ਨਾ, ਆਟੇ ਦੀ ਤਰ੍ਹਾਂ ਥੋੜੀ ਜਿਹੀ ਹੁੰਦੀ ਆ, ਉਹਦਾ ਹਲਵਾ ਮਜ਼ੇਦਾਰ ਨਹੀਂ ਬਣਦਾ। ਮੋਟੀ ਵਾਲੀ ਸੂਜੀ ਦੇਖ ਕੇ ਤੁਸੀਂ ਲੈਣੀ ਆ। ਫਿਰ ਤੁਸੀਂ ਜਦੋਂ ਇਹਨੂੰ ਫਰਾਈ ਕਰਨਾ ਨਾ ਘੀ ਦੇ ਵਿੱਚ, ਤੇ ਚਮਚ ਤੁਸੀਂ ਮੁਸਲਸਲ ਹਿਲਾਣਾ ਤਾਂ ਕਿ ਸੂਜੀ ਸਾਡੀ ਨੀਚੇ ਪੈਨ ਨਾ ਲੱਗ ਜਾਵੇ, ਕਿਧਰੋਂ ਜਲ ਨਾ ਜਾਵੇ ਕੋਈ ਇਹਦੇ ਕਿਸੇ ਸਾਈਡ ਤੋਂ, ਤੇ ਇਹਦੀ ਸਮੈਲ ਜਿਹੜੀ ਆ ਉਹ ਚੇਂਜ ਨਾ ਹੋ ਜਾਵੇ, ਇਹਦੀ ਖੁਸ਼ਬੂ 'ਚ ਫਰਕ ਨਾ ਆਵੇ। ਤੁਸੀਂ ਇਸੇ ਤਰ੍ਹਾਂ ਚਮਚ ਲਗਾਤਾਰ ਹਿਲਾਓਗੇ, ਦੇਖੋਗੇ ਕਿ ਜਦੋਂ ਸੂਜੀ ਨੇ ਆਪਣਾ ਰੰਗ ਚੇਂਜ ਕਰ ਲਿਆ ਔਰ ਖੁਸ਼ਬੂ ਆ ਗਈ, ਇਹਦੀ ਭੁਨਾਈ ਦਾ ਇੱਕ ਹੀ ਤੁਹਾਨੂੰ ਹੋਏਗਾ ਕਿ ਘੀ ਅਲੱਗਾ ਹੋ ਜਾਏਗਾ, ਸੈਪਰੇਟ ਹੋ ਜਾਏਗਾ, ਨਿਕਲ ਕੇ ਤੁਹਾਨੂੰ ਬਾਹਰ ਕਿਨਾਰਿਆਂ ਤੋਂ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਇਹਦਾ ਰੰਗ ਬਦਲ ਜਾਏਗਾ, ਇਹਦੀ ਬਹੁਤ ਹੀ ਜ਼ਬਰਦਸਤ ਇਹਦੀ ਖੁਸ਼ਬੂ ਆਉਣ ਲੱਗ ਜੂਗੀ। ਇਸ ਟਾਈਮ 'ਤੇ ਸੂਜੀ ਤੁਹਾਡੀ ਬਿਲਕੁਲ ਭੁੰਨੀ ਗਈ। ਬੇਫਿਕਰ ਹੋ ਕੇ ਇਹਦੇ ਵਿੱਚ ਤੁਸੀਂ ਪਾਣੀ ਪਾ ਦੇਣਾ। ਪਾਣੀ ਪਾਣੇ ਤੋਂ ਪਹਿਲੇ ਇੱਕ ਖਿਆਲ ਰੱਖਣਾ, ਅੱਗ ਤੁਸੀਂ ਥੋੜੀ ਕਰ ਲੈਣੀ ਆ, ਔਰ ਪਾਣੀ ਜਿਹੜੀ ਸੂਜੀ ਅਸੀਂ ਪਿਆਲੀ ਨਾਪੀ ਸੀ ਉਹ 3 ਪਿਆਲੀਆਂ ਪਾਣੀ ਇਹਦੇ ਵਿੱਚ ਪੈਣਾ। ਇੱਕ ਚੀਜ਼ ਦੇ ਵਿੱਚ 3 ਹਿੱਸੇ ਪਾਣੀ, ਯਾਨੀ ਕਿ 1 ਪਿਆਲੀ ਸੂਜੀ ਦੀ 3 ਪਿਆਲੀਆਂ ਪਾਣੀ ਦੀਆਂ ਇਹਦੇ ਵਿੱਚ ਪਾਣਾ। ਜ਼ਿਆਦਾ ਪਾਣੀ ਪਾਓਗੇ ਤਾਂ ਸੂਜੀ ਦਾ ਜਿਹੜਾ ਦਾਣਾ ਹੁੰਦਾ ਉਹ ਬਿਲਕੁਲ ਖਤਮ ਹੋ ਜਾਏਗਾ, ਆਟੇ ਦੀ ਫਾਰਮ 'ਚ ਆ ਜਾਏਗੀ। ਇਸ ਲਈ ਪਾਣੀ ਦੀ ਕੁਆਂਟੀਟੀ ਇਹਦੇ ਵਿੱਚ ਪੂਰੀ ਰੱਖਣੀ ਆ। ਔਰ ਚੀਨੀ ਇਹਦੇ ਵਿੱਚ ਬਰਾਬਰ ਦੀ ਪੈਂਦੀ ਹੈ। 1 ਪਿਆਲੀ ਸੂਜੀ, 1 ਪਿਆਲੀ ਚੀਨੀ। ਅਗਰ ਤੁਸੀਂ ਮਿੱਠਾ ਥੋੜਾ ਬਹੁਤ ਉੱਪਰ ਨੀਚੇ ਲੈਂਦੇ ਹੋ ਤੇ ਤੁਸੀਂ ਇਹ ਕੀ ਕਰਨਾ ਕਿ ਥੋੜਾ ਜਿਹਾ ਘੱਟ ਰੱਖ ਲਓ, ਅਗਰ ਜ਼ਿਆਦਾ ਖਾਂਦੇ ਹੋ ਤਾਂ ਥੋੜਾ ਜਿਹਾ ਜ਼ਿਆਦਾ ਕਰ ਲਓ। ਬਸ ਫਿਰ ਇਹਨੂੰ ਰੱਖ ਕੇ ਮੀਡੀਅਮ ਆਂਚ ਤੇ ਪਕਾ ਲੈਣਾ ਢੱਕ ਕੇ। ਸੂਜੀ ਦਾ ਹਲਵਾ ਉਹ ਵਾਲੀ ਰੈਸਪੀ ਆ ਮਿੱਠੇ ਦੀ ਜਿਹੜੀ ਬਹੁਤ ਜਲਦੀ ਬਣ ਜਾਂਦੀ ਆ, ਇਹਨੂੰ ਜ਼ਰਾ ਵੀ ਦੇਰ ਨਹੀਂ ਲੱਗਦੀ। ਜਦੋਂ ਇਹ ਬਣ ਜਵੇ, ਦੇਖੋ 2 ਤੋਂ 4 ਮਿੰਟ ਇਹਨੂੰ ਲੱਗੇ ਆ, ਇਹਦਾ ਢੱਕਣ ਚੱਕਿਆ, ਬਿਲਕੁਲ ਪਾਣੀ ਖੁਸ਼ ਹੋ ਗਿਆ। ਇਸ ਟਾਈਮ 'ਤੇ ਤੁਸੀਂ ਇਹਨੂੰ ਚਮਚ ਹਿਲਾਉਂਦੇ ਹੋਏ ਫਰਾਈ ਕਰਨਾ। ਇਹਨੂੰ ਚਸਣਾ, ਇੰਨਾ ਫਰਾਈ ਕਰਨਾ ਕਿ ਇਸ ਟਾਈਮ ਇਹਦਾ ਦਾਣਾ ਬਣਨਾ। ਇਹਨੂੰ ਅਗਰ ਤੁਸੀਂ ਜ਼ਿਆਦਾ ਟਾਈਮ ਲਾਓਗੇ ਤਾਂ ਇਹਦੀ ਭੁਨਾਈ ਇੱਥੇ ਅੱਛੀ ਕਰੋਗੇ ਤੇ ਇਹਦਾ ਦਾਣਾ ਬਿਲਕੁਲ ਕੱਲਾ ਕੱਲਾ ਹੋ ਜਾਏਗਾ। ਜਿਸ ਤਰ੍ਹਾਂ ਚਾਵਲ ਕੱਲਾ ਕੱਲਾ ਹੁੰਦਾ ਨਾ, ਐਸੇ ਤਰ੍ਹਾਂ ਤੁਸੀਂ ਯਕੀਨ ਕਰੋ ਕਿ ਸੂਜੀ ਦਾ ਦਾਣਾ ਵੀ ਤੁਹਾਨੂੰ ਕੱਲਾ ਕੱਲਾ ਹੀ ਨਜ਼ਰ ਆਏਗਾ। ਔਰ ਸਿਰਫ ਤੁਹਾਡੀ ਮਿਹਨਤ, ਥੋੜਾ ਜਿਹਾ ਖਿਆਲ ਰੱਖਣੇ ਦੀ ਜ਼ਰੂਰਤ ਆ। ਤੁਹਾਡਾ ਹਲਵਾ ਇੰਨਾ ਹੀ ਜ਼ਬਰਦਸਤ ਬਣੇਗਾ ਕਿ ਵਾਕਿਆ ਤੁਹਾਨੂੰ ਹਰ ਕੋਈ ਪੁੱਛੇਗਾ ਕਿ ਤੁਸੀਂ ਹਲਵਾ ਬਣਾਉਂਦੇ ਕਿਸ ਤਰ੍ਹਾਂ ਹੋ, ਕਿ ਤੁਹਾਡੀ ਸੂਜੀ ਇੰਨੀ ਖੀਲੀ ਖੀਲੀ ਲੱਗਦੀ ਆ। ਮਾਸ਼ਾਅੱਲਾ ਜੀ, ਦੇਖੋ ਕਿੰਨਾ ਜ਼ਬਰਦਸਤ ਔਰ ਖਿਲਿਆ ਖਿਲਿਆ ਸਾਡਾ ਸੂਜੀ ਦਾ ਹਲਵਾ ਬਣ ਕੇ ਤਿਆਰ ਹੋ ਗਿਆ ਆ। ਔਰ ਤੁਸੀਂ ਹੁਣ ਇਹਨੂੰ ਸਰਵ ਕਰੋ। ਇਹਦੇ ਵਿੱਚ ਕੁਛ ਵੀ ਡਰਾਈ ਫਰੂਟ ਪਾ ਲਓ ਤੁਸੀਂ, ਇਹਦੇ ਵਿੱਚ ਬਦਾਮ ਪਾ ਲਓ, ਕਾਜੂ, ਪਿਸਤਾ, ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਪਾ ਲਓ। ਹਰ ਚੀਜ਼ ਇਹਦੇ ਵਿੱਚ ਜ਼ਬਰਦਸਤ ਲੱਗਦੀ ਆ, ਹਰ ਡਰਾਈ ਫਰੂਟ ਇਹਦੇ ਵਿੱਚ ਅੱਛਾ ਲੱਗਦਾ। ਮੈਂ ਇਹਦੇ ਵਿੱਚ ਨਾਰੀਅਲ ਕ੍ਰਸ਼ ਕੀਤਾ ਹੋਇਆ ਤੇ ਬਦਾਮ ਕ੍ਰਸ਼ ਕੀਤੇ ਹੋਏ ਪਾਏ ਨੇ। ਹੁਣ ਆਪਾਂ ਜੀ ਇਹਨੂੰ ਸਰਵ ਕਰ ਲੈਂਦੇ ਹਾਂ। ਉਮੀਦ ਆ ਕਿ ਤੁਹਾਨੂੰ ਅਗਰ ਇਸ ਟਾਈਮ ਮੇਰੀ ਰੈਸਪੀ ਅੱਛੀ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ। ਹਾਂ, ਆਪਣੇ ਕਮੈਂਟ 'ਚ ਦੱਸਣਾ ਵੀ ਨਾ ਭੁੱਲਿਓ ਕਿ ਤੁਹਾਨੂੰ ਮੇਰੀ ਹਲਵੇ ਵਾਲੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ। ਹੁਣ ਆਪਾਂ ਇਹਦੇ 'ਤੇ ਪਾ ਦਿੰਦੇ ਹਾਂ ਜੀ ਥੋੜ੍ਹਾ ਜਿਹਾ ਕ੍ਰਸ਼ ਕੀਤਾ ਹੋਇਆ ਨਾਰੀਅਲ, ਥੋੜ੍ਹੇ ਜਿਹੇ ਕ੍ਰਸ਼ ਕੀਤੇ ਹੋਏ ਕੱਟੇ ਹੋਏ ਬਦਾਮ। ਤੁਸੀਂ ਇਹਨੂੰ ਸਰਵ ਕਰੋ। ਇੱਕ ਬਹੁਤ ਹੀ ਜ਼ਬਰਦਸਤ ਮਿੱਠਾ ਬਣ ਕੇ ਤਿਆਰ ਹੋ ਗਿਆ। ਉਮੀਦ ਆ ਕਿ ਤੁਹਾਨੂੰ ਰੈਸਪੀ ਅੱਛੀ ਲੱਗੀ ਹੋਊਗੀ। ਇਹਦੀ ਫਾਈਨਲ ਲੁੱਕ ਦੇਖ ਕੇ ਜ਼ਰੂਰ ਜਾਇਓ। ਇਹਦੇ ਨਾਲ ਹੀ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ। ਅੱਲਾ ਸੋਨੇ ਦੇ ਹਵਾਲੇ।